सीधी कोर कमेटी को चली गई। उन्हें ना कई सवाल खड़े करते, कई शंके खड़े करते। कोई कहने लगा जी शायद सुखबीर सिंह बादल भरोसा नहीं रहा अपने बंदिਆਂ ਤੇ। कोई कहा भी पता नहीं की हो जाना सी। पर बेलोड़ियां गल्लां कई शंके विवाद खड़े अपने आप ही सवाल खड़े करते। मैनू इस गल का सी कि नहीं सी होने चाहिए। ਜਿਹੜਾ ਜਥੇਬੰਦਕ ਢਾਂਚਾ ਭੰਗ ਕੀਤਾ ਉਹਦੇ 'ਚ ਇਹ ਜ਼ਰੂਰ ਆ ਵੀ ਜਿਹੜੀ ਆਪਣਾ ਜਗਮੀਤ ਬਰਾੜ ਉਹਨਾਂ ਨੇ ਕੋਈ ਅਸਤੀਫੇ ਦੀ ਗੱਲ ਤਾਂ ਮੇਰਾ ਖਿਆਲ ਨਹੀਂ ਸੁਖਬੀਰ ਸਿੰਘ ਬਾਦਲ ਦੀ ਮੰਗ ਕੀਤੀ। ਮੈਂ ਤਾਂ ਸੁਣੀ ਨਹੀਂ ਕਿਤੇ। ਪਰ ਜਿੱਥੇ ਤੱਕ ਵਰਕਿੰਗ ਕਮੇਟੀ ਆ ਉਹ ਤਾਂ ਇੱਕ ਕਾਨੂੰਨੀ ਤੌਰ 'ਤੇ ਇੱਕ ਸਥਾਈ ਬੋਡੀ ਆ ਵੀ ਉਹ ਨਹੀਂ ਜਿਹੜੀ ਭੰਗ ਹੋ ਜਾਏਗੀ। ਫਿਰ ਤਾਂ ਪਾਰਟੀ ਉਹ ਭੰਗ ਹੋਊਗੀ ਸਾਰੀ। ਜੰਗੀ ਰਾਏ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਮਾਲਿਕ ਮੁੜ ਜਿਹੜੀ ਅਕਾਲੀ ਦਲ ਨੂੰ ਚੰਗੀਆਂ ਲੀਹਾਂ 'ਤੇ ਲਿਆਉਣਾ ਚਾਹੁੰਦੇ ਆ। ਇਹ ਜਿਹੜੀਆਂ ਕੋਈ ਰਾਏ ਦੇਣਾ ਮੈਂ ਸਮਝਦਾ ਬਾਕੀ ਸੁਣੀ ਹੁੰਦੀ। ਹਰ ਬੰਦੇ ਦੀ ਆਪਣੀ ਰਾਏ ਹੁੰਦੀ ਹੈ। ਜਮਹੂਰੀ ਸਿੱਖ ਸ਼੍ਰੋਮਣੀ ਅਕਾਲੀ ਦਲ ਇੱਕ ਜਮਹੂਰੀਅਤ ਦੇ ਪਹਿਰੇਦਾਰ ਵਾਲੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ। ਹਾਲਾਂਕਿ ਇਸ ਦੀ ਜਾਣਕਾਰੀ ਕਈ ਆਗੂਆਂ ਨੂੰ ਨਹੀਂ ਸੀਗੀ, ਲੇਕਿਨ ਉਸ ਤੋਂ ਬਾਅਦ ਹੁਣ ਅਕਾਲੀ ਆਗੂ ਜਗਮੀਤ ਬਰਾੜ ਨੇ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦੀ ਮੰਗ ਕਰ ਦਿੱਤੀ ਹੈ। ਇਸ ਪੂਰੇ ਮਸਲੇ ਤੇ ਗੱਲਬਾਤ ਕਰਦੇ ਸਾਡੇ ਨਾਲ ਨੇ ਸਾਬਕਾ ਸਾਂਸਦ ਤੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ। ਮਾਜਰਾ ਜੀ, ਅਕਾਲੀ ਦਲ ਦੀ ਗੱਲ ਕਰਦੇ ਆ। ਇੱਕ ਕਮੇਟੀ ਬਣਾਈ ਗਈ ਸੀ ਚੋਣਾਂ ਨੂੰ ਲੈ ਕੇ, ਜਦ 2022 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿ ਆਖਿਰ ਸਮੀਖਿਆ ਕੀਤੀ ਗਈ ਕਿ ਕੀ ਕਾਰਨ ਰਹੇ। ਹੁਣ ਉਸ ਰਿਪੋਰਟ ਦੇ ਆਧਾਰ ਤੱਕ ਜਿਹੜਾ ਜਥੇਬੰਦਕ ਢਾਂਚਾ ਸੀਗਾ, ਸਾਰੀ ਕੋਰ ਕਮੇਟੀ ਤੇ ਜਿੰਨੀ ਵੀ ਢਾਂਚਾ ਸੀ ਪੰਜਾਬ ਦੇ ਵਿੱਚ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿੱਥੇ ਤੱਕ ਦਾ ਜਿਹੜੀ ਸਮੀਖਿਆ ਕਮੇਟੀ ਬਣਾਈ ਸੀ ਨਾ, ਉਹ ਸਮੀਖਿਆ ਕਮੇਟੀ ਨੇ ਇੱਕ ਗਰਾਊਂਡ ਲੈਵਲ ਤੇ ਰਿਪੋਰਟ ਲੈਣ ਲਈ, ਵਰਕਰਾਂ ਦੀ, ਲੋਕਾਂ ਦੀ ਨਬਜ਼ ਜਾਣਨ ਲਈ ਇੱਕ 13 ਮੈਂਬਰੀ ਕਮੇਟੀ ਬਣਾਤੀ ਸੀ, ਜਿਹਦੇ ਕਨਵੀਨਰ ਇਕਬਾਲ ਸਿੰਘ ਝੁੰਦੇ ਨੂੰ ਬਣਾਇਆ ਸੀ। ਜਿਹੜੀ ਸਮੀਖਿਆ ਕਮੇਟੀ ਸੀ ਉਹਦੇ ਕਨਵੀਨਰ ਸਾਹਿਬ ਬਲਵਿੰਦਰ ਸਿੰਘ ਭੁੱਲਰ ਸੀਗੇ। ਮੈਂ ਵੀ ਉਹਦਾ ਮੈਂਬਰ ਸੀ, ਹੋਰ ਸਾਡੇ ਸੀਨੀਅਰ ਮੈਂਬਰ ਸੀ। ਤੇ ਅਸੀਂ ਸੋਚਿਆ ਵੀ ਹੇਠਲੇ ਲੈਵਲ ਤੇ ਪੂਰੀ ਨਬਜ਼ ਲੋਕਾਂ ਦੀ ਪਹਿਚਾਣਨ ਲਈ ਥੋੜਾ ਜਿਹਾ ਗਰਾਊਂਡ ਵਰਕ ਕਰਨ ਦੀ ਲੋੜ ਆ। ਵੀ ਪਾਰਟੀ ਦੇ ਜਿਹੜੇ ਕੁਝ ਯੰਗਸਟਰਸ ਨੇ ਉਹਨਾਂ ਨੂੰ ਡਿਊਟੀ ਲਾਈ ਜਾਵੇ। ਤੇ ਉਹਨਾਂ ਨੇ ਖੈਰ ਬੜੀ ਮਿਹਨਤ ਕਰਕੇ, ਬੜਾ ਟਾਈਮ ਲਾ ਕੇ, ਲੋਕਾਂ ਕੋਲ ਜਾ ਕੇ ਮਤਲਬ ਰਾਏ ਤਿਆਰ ਕੀਤੀ, ਰਿਪੋਰਟ ਬਣਾਈ। ਮੈਂ ਸਮਝਦਾ ਕਿ ਉਹ ਰਿਪੋਰਟ ਜਿਹੜੀ ਆ ਜਿਹੜੀ ਕਮੇਟੀ ਨੇ ਬਣਾਇਆ ਸੀ ਉਹਦੇ ਕੋਲ ਆਉਣੀ ਚਾਹੀਦੀ ਸੀ। ਮੈਂ ਇਹੀ ਇਤਰਾਜ਼ ਕੀਤਾ ਸੀ ਕਿ ਉਹ ਰਿਪੋਰਟ ਜਿਹੜੀ ਕਮੇਟੀ ਨੇ ਬਣਾਈ ਉਹਦੇ ਕੋਲ ਆ ਕੇ ਉਹਦੀ ਮਤਲਬ ਜਿਹੜੀ ਸਮੀਖਿਆ ਕਮੇਟੀ ਆ ਉਹਦੇ ਤੇ ਚਰਚਾ ਕਰਕੇ ਉਹਦੇ 'ਚ ਕੋਈ ਅਮੈਂਡਮੈਂਟ ਕਰਨੀ ਆ, ਉਹਦੇ 'ਚ ਕੋਈ ਨਵੀਂ ਗੱਲ ਐਡ ਕਰਨੀ ਆ, ਉਹਦੇ 'ਚ ਕੋਈ ਸੁਝਾਅ ਦੇਣੇ ਆ, ਉਹ ਉਸੇ ਕਮੇਟੀ ਨੂੰ ਹੱਕ ਸੀ ਜਿਹੜੀ ਸਮੀਖਿਆ ਕਮੇਟੀ ਸੀ। ਕਿਉਂਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੰਸੈਂਸਸ ਰਾਹੀਂ ਰਾਏ ਤਿਆਰ ਹੋਣ ਤੋਂ ਬਾਅਦ ਉਹਨਾਂ ਨੂੰ ਅਧਿਕਾਰ ਦਿੱਤੇ ਸੀ, ਉਹਨਾਂ ਨੇ ਬਣਾਈ ਸੀ। ਸੋ ਇਸ ਕਰਕੇ ਮਤਲਬ ਉਹ ਸਿੱਧੀ ਉਹ ਕੋਰ ਕਮੇਟੀ ਕੋਲ ਚਲੀ ਗਈ। ਉਹਨੇ ਨਾ ਕਈ ਸਵਾਲ ਖੜੇ ਕਰਤੇ, ਕਈ ਸ਼ੰਕੇ ਖੜੇ ਕਰਤੇ। ਕੋਈ ਕਹਿਣ ਲੱਗਾ ਜੀ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਭਰੋਸਾ ਨਹੀਂ ਰਿਹਾ ਆਪਣੇ ਬੰਦਿਆਂ ਤੇ। ਕੋਈ ਕਿਹਾ ਵੀ ਪਤਾ ਨਹੀਂ ਕੀ ਹੋ ਜਾਣਾ ਸੀ। ਪਰ ਬੇਲੋੜੀਆਂ ਗੱਲਾਂ ਕਈ ਸ਼ੰਕੇ ਵਿਵਾਦ ਖੜੇ ਆਪਣੇ ਆਪ ਹੀ ਸਵਾਲ ਖੜੇ ਕਰਤੇ। ਮੈਨੂੰ ਇਸ ਗੱਲ ਦਾ ਸੀ ਕਿ ਨਹੀਂ ਸੀ ਹੋਣੇ ਚਾਹੀਦੇ। ਚਲੋ ਉਹਨਾਂ ਨੇ ਫਿਰ ਉਹਨਾਂ ਦੀ ਮਰਜ਼ੀ ਸੀ, ਉਹਨਾਂ ਨੇ ਕੋਰ ਕਮੇਟੀ 'ਚ ਕਰਕੇ ਉਹਦੀ ਜੋ ਕੀਤਾ। ਉਹ ਤੋਂ ਬਾਅਦ ਉਹਦੇ ਮੁਤਾਬਕ ਹੀ ਫਿਰ ਜਿਹੜਾ ਜਥੇਬੰਦਕ ਢਾਂਚਾ ਭੰਗ ਕੀਤਾ ਉਹਦੇ 'ਚ ਇਹ ਜ਼ਰੂਰ ਆ ਵੀ ਜਿਹੜੀ ਆਪਣਾ ਜਗਮੀਤ ਬਰਾੜ ਉਹਨਾਂ ਨੇ ਕੋਈ ਅਸਤੀਫੇ ਦੀ ਗੱਲ ਤਾਂ ਮੇਰਾ ਖਿਆਲ ਨਹੀਂ ਸੁਖਬੀਰ ਸਿੰਘ ਬਾਦਲ ਦੀ ਮੰਗ ਕੀਤੀ। ਮੈਂ ਤਾਂ ਸੁਣੀ ਨਹੀਂ ਕਿਤੇ, ਨਾ ਮੈਂ ਦੇਖੀ ਆ। ਤੇ ਪਰ ਮੈਂ ਜ਼ਰੂਰ ਮਤਲਬ ਜਿਹੜੀ ਗੱਲ ਚਰਚਾ 'ਚ ਆ, ਜਿਹੜੀ ਮਤਲਬ ਹੋਰ ਵੀ ਬਹੁਤ ਸਾਰੇ ਕਹਿੰਦੇ ਆ, ਡਾਕਟਰ ਦਲਜੀਤ ਚੀਮੇ ਨੇ ਵੀ ਮੈਨੂੰ ਕਿਹਾ, ਬਰਾੜ ਸਾਹਿਬ ਨੇ ਵੀ ਗੱਲ ਕਹੀ, ਹੋਰ ਵੀ ਕਈ ਲੋਕ ਇਹ ਗੱਲ ਕਹਿੰਦੇ ਆ ਵੀ ਜਿਹੜੀ ਵਰਕਿੰਗ ਕਮੇਟੀ ਆ ਵੀ ਉਹ ਤਾਂ ਮਤਲਬ ਜਿਹੜੀ ਆ ਬੁਨਿਆਦੀ ਜਥੇਬੰਦੀ ਹੈ ਜੀ ਅਕਾਲੀ ਦਲ ਦੀ, ਜਾਂ ਇਹ ਕਹਿ ਲਓ ਵੀ ਉਹ ਜਨਰਲ ਹਾਊਸ ਵੱਲੋਂ ਚੁਣੀ ਇੱਕ ਕਮੇਟੀ ਆ, ਜਾਂ ਇਹ ਕਹਿ ਲਓ ਵੀ ਉਹ ਇੱਕ ਸਥਾਈ ਬੋਡੀ ਆ। ਜੇ ਵਰਕਿੰਗ ਕਮੇਟੀ ਭੰਗ ਹੋ ਗਈ ਫਿਰ ਤਾਂ ਅਕਾਲੀ ਦਲ ਭੰਗ ਹੋ ਗਏ। ਇੱਕ ਵਾਰੀ ਸੰਤ ਸਿੰਘ ਲੌਂਗੋਵਾਲ ਉਹਨਾਂ ਨੇ ਕਰ ਬੈਠੇ ਸੀ ਤੇ ਅਸੀਂ ਯੂਥ ਦੇ, ਮੈਂ ਪ੍ਰਧਾਨ ਹੁੰਦਾ ਸੀ ਯੂਥ ਵਾਲਿਆਂ ਨੇ ਰੌਲਾ ਪਾਇਆ
ਵੀ ਅਕਾਲੀ ਦਲ ਤਾਂ ਫਿਰ ਐ ਭੰਗ ਕਰਦਾ ਅਧਿਕਾਰ ਹੀ ਹੈ ਨਹੀਂ, ਮਨ ਜਨਰਲ ਹਾਊਸ ਤੋਂ ਬਿਨਾਂ ਤੁਸੀਂ ਜਨਰਲ ਅਕਾਲੀ ਦਲ ਹੀ ਭੰਗ ਕਰਤਾ। ਤੇ ਸੰਤ ਜੀ ਨੇ ਸ਼ਾਮ ਨੂੰ ਇਹ ਰਿਵਿਊ ਕੀਤਾ ਤੇ ਕਿਹਾ ਵੀ ਦਰੁਸਤੀ ਕੀਤੀ ਤੇ ਕਿਹਾ ਵੀ ਅਕਾਲੀ ਦਲ ਨਹੀਂ ਭੰਗ ਹੋ ਸਕਦਾ ਜਨਰਲ ਹਾਊਸ ਦੀ ਮਨਜ਼ੂਰੀ ਤੋਂ ਬਿਨਾਂ। ਸੋ ਅੱਜ ਵੀ ਇਹ ਗੱਲ ਜਿਹੜੀ ਚਰਚਾ ਨਵੀਂ ਚੱਲ ਗਈ, ਇਸ ਕਰਕੇ ਚੱਲ ਗਈ ਵੀ ਅਹੁਦੇਦਾਰ ਬਦਲਨੇ, ਕੋਈ ਵਿੰਗਾਂ ਦੇ ਪ੍ਰਧਾਨ ਜਾਂ ਉਹ ਭੰਗ ਕਰਨੇ, ਜਾਂ ਕੋਈ ਰੱਖਣਾ ਕੋਈ ਨਹੀਂ ਰੱਖਣਾ, ਇਹ ਅਲੱਗ ਗੱਲ ਆ। ਪਰ ਜਿੱਥੇ ਤੱਕ ਵਰਕਿੰਗ ਕਮੇਟੀ ਆ, ਉਹ ਤਾਂ ਇੱਕ ਕਾਨੂੰਨੀ ਤੌਰ ਤੇ ਇੱਕ ਸਥਾਈ ਬੋਡੀ ਆ, ਵੀ ਉਹ ਨਹੀਂ ਜਿਹੜੀ ਭੰਗ ਹੋ ਸਕਦੀ, ਫਿਰ ਤਾਂ ਪਾਰਟੀ ਉਹ ਭੰਗ ਹੋਊਗੀ ਸਾਰੀ। ਸੋ ਇਸ ਲਈ ਇਹ ਥੋੜਾ ਜਿਹਾ ਚਰਚਾ ਜ਼ਰੂਰ ਆ। ਬਾਕੀ ਤਾਂ ਦੇਖੋ, ਪਾਰਟੀ ਨੂੰ ਮਜ਼ਬੂਤ ਕਰਨ ਲਈ, ਪਾਰਟੀ ਨੂੰ ਮਤਲਬ ਮੁੜ ਪੁਰਾਣੀਆਂ ਲੀਹਾਂ ਤੇ ਲਿਆਉਣ ਲਈ, ਜਿਹੜਾ ਵੀ ਸਵੇਰ ਦਾ, ਜਿਹੜਾ ਵੀ ਬੰਦਾ ਪੰਜਾਬ ਤੇ ਪੰਜਾਬੀਅਤ ਦਾ ਭਲਾ ਚਾਹੁੰਦਾ, ਜਿਹੜਾ ਬੰਦਾ ਪੰਥ ਦੀ ਚੜ੍ਹਦੀ ਕਲਾ ਲੋਚਣਾ ਚਾਹੁੰਦਾ, ਜਿਹੜਾ ਬੰਦਾ ਮਤਲਬ ਆਪਣੀ ਖੂਨ ਡੋਲ ਕੇ ਸਾਡੇ ਮਹਾਨ ਸ਼ਹੀਦਾਂ ਨੇ ਬਣਾਈ ਇਸ ਜਥੇਬੰਦੀ ਨੂੰ, ਕੁਰਬਾਨੀਆਂ ਕਰਕੇ ਬਣਾਈ ਜਥੇਬੰਦੀ ਨੂੰ, ਲਹਿਰਾਂ ਵਿੱਚੋਂ ਉੱਠੀ ਪੈਦਾ ਹੋਈ ਸੰਘਰਸ਼ਾਂ ਵਿੱਚੋਂ ਜਥੇਬੰਦੀ ਨੂੰ, ਅਕਾਲੀ ਦਲ ਨੂੰ ਤਕੜਾ ਮਜ਼ਬੂਤ ਦੇਖਣਾ ਚਾਹੁੰਦਾ, ਉਹ ਜ਼ਰੂਰ ਚਿੰਤਤ ਆ। ਉਹ ਜ਼ਰੂਰ ਸਿਰਦ ਬੰਦੇ ਚੰਗੀ ਰਾਏ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਮਤਲਬ ਇੱਕ ਮੁੜ ਜਿਹੜੀ ਅਕਾਲੀ ਦਲ ਨੂੰ ਚੰਗੀਆਂ ਲੀਹਾਂ ਤੇ ਲਿਆਉਣਾ ਚਾਹੁੰਦੇ ਆ। ਇਹਦੇ ਲਈ ਸਾਡਾ ਯਤਨ ਹੋਏਗਾ ਕਿ ਇਸ ਤਰ੍ਹਾਂ ਦੇ ਸਵੇਰ ਦੇ ਲੋਕਾਂ ਨੂੰ ਲੈ ਕੇ ਇੱਕ ਵਾਰ ਫੇਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਗੱਲ ਕਰਕੇ, ਵਿਚਾਰ ਕੇ, ਚਰਚਾ ਕਰਕੇ, ਫਰਾਗ ਦਿਲੀ ਨਾਲ, ਖੁੱਲ੍ਹ ਦਿਲੀ ਨਾਲ ਜਿਹੜੇ ਉਪਾਅ ਨੇ ਉਹ ਜਾਣੀ ਸਾਹਮਣੇ ਲਿਆਂਦੇ ਜਾਣ, ਤਾਂ ਕਿ ਅਸੀਂ ਇਹਦੇ ਚੋਂ ਕੁਝ ਪੋਜ਼ਿਟਿਵ ਕੱਢ ਸਕੀਏ। ਚੰਦੂਮਾਜਰਾ ਸਾਹਿਬ, ਕਿਤੇ ਨਾ ਕਿਤੇ ਬਗਾਵਤੀ ਸੁਰ ਨਜ਼ਰ ਆ ਰਹੇ ਹਨ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਮਿਨਿਸਟਰ ਨੇ, ਸਾਬਕਾ ਜਿਹੜੇ ਅਕਾਲੀ ਦੇ ਆਗੂ ਨੇ ਅਯਾਲੀ, ਉਹਨਾਂ ਨੇ ਵੀ ਸਵਾਲ ਚੁੱਕੇ ਸੀ, ਖਾਸ ਕਰ ਉਹਨਾਂ ਨੇ ਰਾਸ਼ਟਰਪਤੀ ਦੀ ਜਿਹੜੀ ਚੋਣਾਂ ਸੀਗੀ ਉਸ ਨੂੰ ਲੈ ਕੇ। ਇਸ ਤੋਂ ਇਲਾਵਾ ਤੁਸੀਂ ਨਹੀਂ ਸੁਣਿਆ, ਲੇਕਿਨ ਮੀਡੀਆ ਦੇ ਵਿੱਚ ਸਾਹਮਣੇ ਆ ਗਿਆ ਸਰ ਜਗਮੀਤ ਬਰਾੜ ਨੇ ਸਿੱਧੇ ਤੌਰ ਤੇ ਜਿਹੜਾ ਇਸਤੀਫਾ ਮੰਗਿਆ ਕਿ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ। ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਚੋਣਾਂ ਦੇ ਵਿੱਚ ਪਰਫਾਰਮੈਂਸ ਅਕਾਲੀ ਦਲ ਦੀ ਸਹੀ ਨਹੀਂ ਰਹੀ, ਤੇ ਉਸ ਤੋਂ ਬਾਅਦ ਇੱਕ ਕੋਰ ਕਮੇਟੀ ਦੀ ਬਾਰ-ਬਾਰ ਮੀਟਿੰਗਸ ਹੁੰਦੀ ਹੈ ਤੇ ਕਮੇਟੀ ਬਣਾਈ ਜਾਂਦੀ ਹੈ, ਚੁਣਦਾ ਕਮੇਟੀ। ਹੁਣ ਉਸ ਕਮੇਟੀ ਦੇ ਸਰ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਮੈਂਬਰ ਸੀਗੇ, ਕੀ ਉਹ ਰਿਪੋਰਟ ਤੁਸੀਂ ਆਪ ਪੜ੍ਹੀ ਸੀ ਕਿ ਕੀ ਕੁਝ ਸੀਗਾ ਉਸ ਰਿਪੋਰਟ ਦੇ ਵਿੱਚ? ਨਹੀਂ, ਮੈਂ ਤਾਂ ਰਿਪੋਰਟ ਪੜ੍ਹੀ ਨਹੀਂ, ਨਾ ਮੈਂ ਦੇਖੀ ਅਜੇ ਤੱਕ। ਭਾਵੇਂ ਮੇਰਾ ਬੇਟਾ ਉਸ ਦਾ ਮੈਂਬਰ ਸੀ, ਪਰ ਉਹਨਾਂ ਨੇ ਸਹੁੰ ਖਾਧੀ ਸੀ ਵੀ ਅਸੀਂ ਇਹ ਰਿਪੋਰਟ ਬਾਰੇ ਕਿਸੇ ਨੂੰ ਹੋਰ ਗੱਲ ਨਹੀਂ ਕਰਨੀ। ਸੱਚੀ ਗੱਲ ਆ, ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਹੈ ਤੇ ਮੈਂ ਵੈਸੇ ਅਜੇ ਤੱਕ ਦੇਖੀ ਵੀ ਨਹੀਂ ਹੈ। ਪਰ ਜਿੱਥੇ ਤੱਕ ਕੋਈ ਮਤਲਬ ਰਾਏ, ਤੁਸੀਂ ਬਾਗੀ ਸੁਰਾਂ ਦੀ ਗੱਲ ਕੀਤੀ ਹੈ ਨਾ, ਭਾਵੇਂ ਯਾਲੀ ਸਾਹਿਬ ਦੀ ਕੀਤੀ ਆ ਜਾਂ ਜਗਮੀਤ ਬਰਾੜ ਉਹਨਾਂ ਦੀ ਗੱਲ ਕੀਤੀ ਆ, ਇਹ ਜਿਹੜੀਆਂ ਕੋਈ ਰਾਏ ਦੇਣਾ, ਮੈਂ ਸਮਝਦਾ ਬਾਗੀ ਸੁਰ ਨਹੀਂ ਹੁੰਦੀ। ਹਰ ਬੰਦੇ ਦੀ ਆਪਣੀ ਰਾਏ ਹੁੰਦੀ ਹੈ। ਜਮਹੂਰੀ ਸਿਸਟਮ, ਸ਼੍ਰੋਮਣੀ ਅਕਾਲੀ ਦਲ ਇੱਕ ਜਮਹੂਰੀਅਤ ਦੇ ਪਹਿਰੇਦਾਰ ਵਾਲੀ ਪਾਰਟੀ ਆ ਤੇ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਇਹ ਪਾਰਟੀ ਚੱਲਦੀ ਆ। ਤੇ ਉਹਦੇ 'ਚ ਨਾ ਜਮਹੂਰੀ ਸਿਸਟਮ ਦੇ ਵਿੱਚ ਕਿਸੇ ਬੰਦੇ ਦੀ ਰਾਏ ਕੋਈ ਹੋ ਸਕਦੀ ਹੈ, ਕਿਸੇ ਦੀ ਕੋਈ ਹੋਰ ਹੋ ਸਕਦੀ ਆ, ਪਰ ਪਾਰਟੀ ਦੀ ਰਾਏ ਜਿਹੜੀ ਹੁੰਦੀ ਆ ਉਹ ਕਲੈਕਟਿਵ ਹੁੰਦੀ ਆ। ਪਾਰਟੀ ਦੀ ਰਾਏ ਜਿਹੜੀ ਆ ਫਿਰ ਆਪਸ ਵਿੱਚ ਮਿਲ ਕੇ ਕੰਸੈਂਸਸ 'ਚ ਤਿਆਰ ਕੀਤੀ ਜਾਂਦੀ ਆ, ਉਹਨੂੰ ਪਾਰਟੀ ਦੀ ਰਾਏ ਕਹਿੰਦੇ ਆ। ਤੇ ਜੇ ਇੰਡੀਵਿਜੂਅਲ ਤੌਰ ਤੇ ਕੋਈ ਬੰਦਾ ਗੱਲ ਕਰਦਾ ਤਾਂ ਉਹ ਬਾਗੀ ਸੁਰ ਨਹੀਂ ਹੁੰਦੀ, ਉਹਦੀ ਆਪਣੀ ਰਾਏ ਹੁੰਦੀ ਆ। ਤੇ ਹੁਣ ਜਿੱਥੇ ਤੱਕ ਰਾਸ਼ਟਰਪਤੀ ਦੀ ਚੋਣ ਦੀ ਗੱਲ ਕੀਤੀ ਆ ਤੁਸੀਂ ਯਾਲੀ ਸਾਹਿਬ ਦੀ, ਕਿਉਂਕਿ ਉਹਨਾਂ ਦੀ ਆਪ ਦੀ ਸੋਚ ਸੀ ਵੀ ਨਹੀਂ ਮਤਲਬ ਉਹਦੀ ਸਪੋਰਟ ਕਰਨੀ ਚਾਹੀਦੀ ਸੀ ਜਾਂ ਕੰਡੀਸ਼ਨਾਂ ਰੱਖ ਕੇ ਕਰਨੀ ਚਾਹੀਦੀ, ਪਰ ਪਾਰਟੀ ਦਾ ਇਹ ਫੈਸਲਾ ਸੀ, ਮਤਲਬ ਕੰਸੈਂਸਸ ਨਾ ਹੋਇਆ ਵੀ ਇੱਕ ਵੀਕਰ ਸੈਕਸ਼ਨ ਆ, ਟਰਾਈਬ ਕਬੀਲੇ ਨਾਲ ਸੰਬੰਧਿਤ ਆ, ਇੱਕ ਔਰਤ ਆ, ਤੇ ਇਸ ਕਰਕੇ ਤੇ ਦੂਜੇ ਪਾਸੇ ਕਾਂਗਰਸ ਦਾ ਉਮੀਦਵਾਰ ਆ, ਤੇ ਅਕਾਲੀ ਦਲ ਉਸੇ ਦੀ ਮਦਦ ਕਰ ਸਕਦਾ ਜਿਹੜਾ ਘੱਟ ਗਿਣਤੀਆਂ ਨੂੰ ਹੋਵੇ, ਦਲਿਤ ਹੋਵੇ, ਇੱਕ ਦਬੇ ਕੁਚਲੇ ਲੋਕਾਂ ਵਿੱਚੋਂ ਹੋਵੇ, ਉਹਦੀ ਮਤਲਬ ਸਾਡੀ ਵਿਰਾਸਤੀ ਸੋਚ ਮੁਤਾਬਕ, ਸਿਧਾਂਤਕ ਸੋਚ ਮੁਤਾਬਕ ਉਹਦੀ ਮਦਦ ਕਰਨਾ ਬਣਦਾ। ਤੇ ਇਸ ਕਰਕੇ ਅਕਾਲੀ ਦਲ ਨੇ ਫੈਸਲਾ ਕੀਤਾ ਸੀ ਪਾਰਟੀ ਦੇ ਤੌਰ ਤੇ। ਤੇ ਨਿੱਜੀ ਤੌਰ ਤੇ ਜੇ ਕਿਸੇ ਦੀ ਕੋਈ ਰਾਏ ਸੀ ਤਾਂ ਉਹ ਮਤਲਬ ਇਹ ਨਹੀਂ ਹੈ ਵੀ ਉਹ ਬਾਗੀ ਸੁਰ ਸੀ, ਇੱਕ ਰਾਏ ਸੀ। ਇਸੇ ਤਰ੍ਹਾਂ ਜੇ ਬਰਾੜ ਸਾਹਿਬ ਨੇ ਵੀ ਕੋਈ, ਵੈਸੇ ਮੈਂ ਨਹੀਂ ਕਹਿੰਦਾ ਉਹਨੇ ਨੇ ਕੋਈ ਅਸਤੀਫੇ ਦੀ ਗੱਲ ਤਾਂ ਕੀਤੀ ਨਹੀਂ, ਹੋ ਸਕਦਾ, ਮੇਰੇ ਧਿਆਨ ਤਾਂ ਹੈ ਨਹੀਂ, ਪਰ ਚਲੋ ਐਨੀ ਹੋ ਉਹ ਰਾਏ ਹੋ ਸਕਦੀ ਹੈ ਕਿਸੇ ਦੀ। ਪਰ ਜਿੱਥੇ ਤੱਕ ਹੈਗੀ ਆ ਵਰਕਿੰਗ ਕਮੇਟੀ ਵਾਲੀ ਗੱਲ, ਜਿਵੇਂ ਮੈਂ ਵੀ ਕਹਿਣਾ ਵੀ ਜਾਂ ਹੋਰਾਂ ਨੇ ਵੀ ਕਿਹਾ, ਮਤਲਬ 2-4 ਬੰਦਿਆਂ ਨੇ ਵੀ ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਹੈ ਵਰਕਿੰਗ ਕਮੇਟੀ ਨਹੀਂ ਭੰਗ ਹੋ ਸਕਦੀ, ਇਹ ਰਹੇ ਆ। ਤੇ ਜੇ ਕਿਤੇ ਆ ਗਈ ਪ੍ਰੈਸ ਦੇ ਵਿੱਚ ਜਾਂ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ, ਉਹ ਦਰੁਸਤ ਹੋ ਜਾਏਗਾ।
ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਹਾਂ। ਇਸੇ ਕਰਕੇ ਮੈਂ ਕਿਹਾ ਵੀ ਜਿਹੜੇ ਸਾਡੇ ਸਿਰਦ ਲੋਕ ਨੇ, ਸਮਝਦਾਰ ਲੋਕ ਨੇ, ਪਾਰਟੀ ਦੇ ਹਿਤੈਸ਼ੀ ਨੇ, ਪਾਰਟੀ ਨੂੰ ਤਕੜਾ ਮਜ਼ਬੂਤ ਦੇਖਣਾ ਚਾਹੁੰਦੇ ਨੇ, ਪਾਰਟੀ ਨੂੰ ਇੱਕ ਜਿਹੜਾ ਜਿਸ ਤਰ੍ਹਾਂ ਦੀ ਲੋਕਾਂ ਦੀਆਂ ਆਸਾਂ ਉਮੀਦਾਂ ਨੇ ਉਸ ਤਰ੍ਹਾਂ ਦਾ ਅਕਾਲੀ ਦਲ ਬਣਾਉਣਾ ਚਾਹੁੰਦੇ ਨੇ, ਉਹ ਜ਼ਰੂਰ ਖੁੱਲ੍ਹ ਕੇ ਕੋਈ ਸਮਾਂ ਲੈ ਕੇ ਸਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਗੱਲ ਕਰਨਗੇ ਵੀ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਕੇ ਅੱਗੇ ਕਿਵੇਂ ਵਧਿਆ ਜਾਵੇ। ਫਿਲਹਾਲ ਕੋਈ ਗੱਲਬਾਤ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਜਦ ਤੋਂ ਤੁਹਾਨੂੰ ਇਹ ਜਾਣਕਾਰੀ ਮਿਲੀ ਹੈ, ਤੁਹਾਨੂੰ ਜਿਹੜੀ ਇਹ ਖਬਰ ਸਾਹਮਣੇ ਜਦ ਆਈ ਉਸ ਤੋਂ ਬਾਅਦ ਹੀ ਤੁਸੀਂ ਗੱਲਬਾਤ ਇਸ ਪੂਰੇ ਮਸਲੇ ਬਾਰੇ ਕਿ ਵਰਕਿੰਗ ਕਮੇਟੀ ਜਾਂ ਫਿਰ ਕੋਰ ਕਮੇਟੀ ਦੇ ਜਿਹੜੀ ਕਿਉਂ ਜਿਹੜਾ ਜਥੇਬੰਦ ਕੱਲ ਮਿਲੇ ਸੀ ਸਰ ਸੁਖਬੀਰ ਸਿੰਘ ਬਾਦਲ, ਕੱਲ ਉੱਥੇ ਆਏ ਸੀ, ਮੇਰੇ ਘਰੇ ਵੀ ਆਏ ਸੀ, ਅਸੀਂ ਅੱਗੇ ਕਿਸੇ ਪ੍ਰੋਗਰਾਮ ਤੇ ਗਏ ਸੀ ਤੇ ਪਰ ਆ ਜਿਹੜੀ ਰਿਜ਼ੋਲਵ ਕਰਨ ਵਾਲੀ ਗੱਲ ਹੈ ਤਾਂ ਸ਼ਾਮ ਨੂੰ ਖਬਰ ਦਾ ਪਤਾ ਲੱਗਿਆ। ਇਹ ਗੱਲ ਕਰਾਂਗੇ ਅਸੀਂ ਮਿਲ ਕੇ ਵੀ ਇਹਨੂੰ ਕਿਵੇਂ ਹੋ ਸਕਦਾ, ਮਤਲਬ ਆਪ ਹੀ ਦਰੁਸਤੀ ਕਰ ਲੈਣ, ਨਹੀਂ ਮਿਲ ਕੇ ਮਤਲਬ ਇਹ ਗੱਲ ਧਿਆਨ ਚ ਲਿਆਵਾਂਗੇ ਵੀ ਜਿਹੜੀ ਆ ਕਾਨੂੰਨੀ ਤੌਰ ਤੇ ਜਿਹੜੀ ਵਰਕਿੰਗ ਕਮੇਟੀ ਨਹੀਂ ਰਿਜ਼ੋਲਵ ਹੋ ਸਕਦੀ। ਇੱਕ ਗੱਲ ਹੋਰ ਜਗਮੀਤ ਬਰਾੜ ਨੇ ਕਹੀ, ਉਹਨਾਂ ਨੇ ਕਿਹਾ ਕਿ ਜਿਹੜੀ ਅਕਾਲੀ ਦਲ ਹੈ ਉਹ ਸਿਰਫ ਬਾਦਲ ਪਰਿਵਾਰ ਦੀ ਪਾਰਟੀ ਨਹੀਂ ਹੈ। ਇਹ ਸਵਾਲ ਪਹਿਲੇ ਵੀ ਕਈਆਂ ਨੇ ਚੁੱਕੇ ਹੈ, ਵਿਰੋਧੀ ਤਾਂ ਚੁੱਕਦੇ ਹੀ ਹੈ ਲੇਕਿਨ ਕਈ ਹੋਰ ਪਾਰਟੀ ਦੇ ਕਈ ਲੋਕ ਵੀ ਪਹਿਲਾਂ ਚੁੱਕ ਚੁੱਕੇ ਨੇ। ਨਹੀਂ, ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈ ਤਾਂ ਖੁਦ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਾਂ ਸਾਹਿਬ ਸੁਖਬੀਰ ਸਿੰਘ ਬਾਦਲ ਵੀ ਇਹੀ ਕਹਿਣਗੇ ਵੀ ਇਹ ਉਹਨਾਂ ਦੇ ਪਰਿਵਾਰ ਦੀ ਪਾਰਟੀ ਨਹੀਂ ਹੈ, ਉਹਨਾਂ ਦੀ ਪਾਰਟੀ ਨਹੀਂ ਹੈ। ਪਾਰਟੀ ਇਹ ਤਾਂ ਸਮੁੱਚੇ ਪੰਥ ਦੀ ਪਾਰਟੀ ਕਹਿ ਲਓ, ਪੰਜਾਬੀਆਂ ਦੀ ਪਾਰਟੀ ਕਹਿ ਲਓ, ਮਤਲਬ ਪੰਜਾਬੀਅਤ ਦੀ ਮਦਈ ਪਾਰਟੀ ਕਹਿ ਲਓ, ਕਿਸਾਨ, ਮਜ਼ਦੂਰ, ਦੁਕਾਨਦਾਰ, ਵਪਾਰੀ, ਨੌਜਵਾਨ, ਮੁਲਾਜ਼ਮ, ਹਰ ਵਰਗ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਕਹਿ ਲਓ, ਜਾਂ ਦੇਸ਼ ਦੇ ਵਿੱਚ ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਲੜਨ ਵਾਲੀ ਪਾਰਟੀ ਕਹਿ ਲਓ, ਦੇਸ਼ ਦੇ ਵਿੱਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਕੇ ਚੱਲਣ ਵਾਲੀ ਪਾਰਟੀ ਕਹਿ ਲਓ, ਮਤਲਬ ਪੰਜਾਬ ਦੇ ਜਨੀ ਹੱਕਾਂ ਦੀ ਇੱਕ ਪਹਿਰੇਦਾਰ ਪਾਰਟੀ ਜਾਂ ਪੰਥ ਦੇ ਪਹਿਰੇਦਾਰ ਪਾਰਟੀ ਕਹਿ ਲਓ, ਮਤਲਬ ਇੱਕ ਸੰਘਰਸ਼ਾਂ ਵਿੱਚੋਂ ਲਹਿਰਾਂ ਵਿੱਚੋਂ ਨਿਕਲੀ ਪਾਰਟੀ ਆ। ਇਸ ਲਈ ਇਸ ਪਾਰਟੀ ਨੂੰ ਮਤਲਬ ਉਸ ਨਜ਼ਰੀਏ ਨਾਲ ਹੀ ਦੇਖਿਆ ਜਾ ਸਕਦਾ, ਕਿਸੇ ਇੱਕ ਵਿਅਕਤੀ ਨਾਲ ਜੋੜ ਕੇ ਜਾਂ ਕਿਸੇ ਪਰਿਵਾਰ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ। ਇੱਕ ਨਵੀਂ ਸਰਕਾਰ ਜਿਹੜੀ ਬਣੀ ਪੰਜਾਬ ਦੇ ਵਿੱਚ, ਉਹਨਾਂ ਨੇ ਹੁਣ ਜਿਹੜੀ ਪਰਾਲੀ ਨੂੰ ਲੈ ਕੇ ਤਾਂ ਕਿ ਜਿਹੜੀ ਪਰਾਲੀ ਨਾ ਸਾੜਨ ਉਸ ਨੂੰ ਲੈ ਕੇ ਇੱਕ ਮਸ਼ੀਨਰੀ ਤੇ ਸਬਸਿਡੀ ਦੇਣ ਦੀ ਗੱਲ ਕੀਤੀ ਹੈ। ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਪਰਾਲੀ ਨਾ ਸਾੜੀ ਜਾਵੇ, ਇਹਦੇ ਲਈ ਜਿਹੜੀ ਪੰਜਾਬ ਗਵਰਨਮੈਂਟ ਨੇ ਫੈਸਲਾ ਕੀਤਾ, ਮੈਂ ਸਮਝਦਾ ਇਹ ਸ਼ਲਾਘਾਯੋਗ ਫੈਸਲਾ, ਇਹਦੇ ਤੇ ਅਮਲ ਕਰਨਾ ਚਾਹੀਦਾ। ਕਿਉਂਕਿ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਮਾਨ ਸਾਹਿਬ ਦੀ, ਇਹ ਫੈਸਲੇ ਤਾਂ ਬਹੁਤ ਕਰਦੀ ਆ, ਪਰ ਫੈਸਲਿਆਂ ਤੇ ਅਮਲ ਕਰਨ ਲੱਗਿਆਂ ਮੁੱਠੀ ਵਿੱਚ ਲੈਂਦੇ ਆ। ਮੈਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਦਿੰਦੇ ਨੇ ਤੇ ਜਦੋਂ ਫਿਰ ਲਾਗੂ ਕਰਨੀਆਂ ਹੁੰਦੀਆਂ ਫਿਰ ਉਹਦੇ ਚੋਂ ਕੱਟਣ ਲੱਗ ਜਾਂਦੇ ਨੇ। ਹੁਣ ਪਹਿਲਾਂ ਬਿਜਲੀ ਦੀ ਤਾਂ ਬਹੁਤ ਵੱਡੀ ਗੱਲ ਕਰਤੀ ਵੀ ਸਾਰਿਆਂ ਦੀ ਬਿਜਲੀ ਮਾਫ ਹੋਊਗੀ 600 ਯੂਨਿਟ, ਫਿਰ ਬਾਅਦ ਦੇ ਵਿੱਚ ਕਹਿਣ ਲੱਗੇ ਜੀ 2 ਮੈਗਾਵਾਟ ਦੀ ਥਾਂ 1 ਮੈਗਾਵਾਟ ਹੋਏਗੀ, ਫਿਰ ਕਹਿਣ ਲੱਗੇ ਜਿਹਦੀ ਜਿਹੜਾ ਇਨਕਮ ਟੈਕਸ ਦਿੰਦਾ ਉਹਦੀ ਨਹੀਂ ਮਾਫ ਹੋਊਗੀ, ਜਿਹੜਾ ਮਤਲਬ 1 ਮੈਗਾਵਾਟ ਤੋਂ ਵੱਧ ਵਾਲਾ ਲਾਏਗਾ ਮੀਟਰ ਉਹਦੀ ਨਹੀਂ ਮਾਫ ਹੋਏਗੀ। ਮਤਲਬ ਫਿਰ ਸ਼ਰਤਾਂ ਰੱਖਣ ਲੱਗੇ, ਪੈਨਸ਼ਨ ਲੈਂਦਾ ਉਹਦੀ ਨਹੀਂ ਮਾਫ ਹੋਏਗੀ। ਫਿਰ ਉਹ ਸ਼ਰਤਾਂ ਲਾਉਂਦੇ 80% ਬੰਦੇ ਕੱਟਦੇ ਉਹਦੇ ਚੋਂ। ਕਿੱਥੇ ਜਦੋਂ ਐਲਾਨ ਕੀਤਾ ਸੀ ਵੀ ਸਾਰਿਆਂ ਦੀ ਮਾਫ ਹੋਏਗੀ। ਸੋ ਇਸੇ ਤਰ੍ਹਾਂ ਜਦ ਕਿਹਾ ਸੀ ਵੀ ਨੌਜਵਾਨ ਜਿਹੜੇ ਨੇ ਨੌਕਰੀਆਂ ਤੇ ਲੱਗੇ ਹੋਏ ਬਾਜੀ ਉਹ ਮਹੀਨੇ ਦੇ ਵਿੱਚ ਵੀ ਸਾਰੇ ਰੈਗੂਲਰ ਹੋ ਜਾਣਗੇ। ਫਿਰ ਹੌਲੀ ਹੌਲੀ ਵੀ ਇੰਨੇ ਮਹੀਨੇ ਜਿਹਨੇ ਇੰਨੇ ਸਾਲ ਨੌਕਰੀ ਕੀਤੀ ਆ, ਫਿਰ ਉਹਦੀ ਉਮਰ ਇੰਨੀ ਆ, ਫਿਰ ਇੰਨੀ ਤਨਖਾਹ, ਫਿਰ ਉਹ ਮਤਲਬ ਉਹਨਾਂ ਨੂੰ ਫਿਰ ਇਸ ਹਿਸਾਬ ਨਾਲ ਲਾਗੇ ਕਰਨ, ਹੌਲੀ ਹੌਲੀ ਪੱਕੀਆਂ ਕਰਨ ਦੀ। ਆਊਟਸੋਰਸ ਬੰਦ ਕਰਨ ਲੱਗੇ, ਫਿਰ ਲੱਗੇ ਕਰਨ ਦੀ ਫਲਾਣੇ ਥਾਂ ਫਲਾਣੀ ਸਰਵਿਸ ਦੇ ਵਿੱਚ ਆਊਟਸੋਰਸ ਚੱਲੇਗਾ, ਫਲਾਣੀ 'ਚ ਨਹੀਂ ਚੱਲੇਗਾ। ਫਿਰ ਜਿਹੜੀ ਫਿਰ ਬਾਅਦ 'ਚ ਕਾਟੇ ਲਾਉਣ ਲੱਗ ਜਾਂਦੇ ਆ, ਗੱਲਾਂ ਵੱਡੀਆਂ ਕਰਨ ਲੱਗ ਜਾਂਦੇ ਆ। ਪਰਾਲੀ ਸਾੜਨ ਦੇ ਮਾਮਲੇ ਵਿੱਚ ਜਿਹੜਾ ਸਬਸਿਡੀ ਦੇਣ ਦਾ ਫੈਸਲਾ ਕੀਤਾ, ਇਹ ਬੜਾ ਚੰਗਾ ਫੈਸਲਾ, ਸ਼ਲਾਘਾ ਕਰਦੇ ਹਾਂ ਅਸੀਂ। ਪਰ ਕਿਤੇ ਪਹਿਲਾਂ ਵਾਂਗ ਪਿਛਲੇ ਫੈਸਲੇ ਵਾਂਗੂ ਕਟੌਤੀ ਨਾ ਲੱਗਣ ਲੱਗ ਜੇ, ਇਹ ਗੱਲ ਦਾ ਖਾਸਾ ਵੀ ਆ ਤੇ ਇਹ ਗੱਲ ਤੇ ਸੁਚੇਤ ਵੀ ਕਰਨਾ ਚਾਹੁੰਦੇ ਆ ਵੀ ਕਿਤੇ ਪਹਿਲਾਂ ਵਾਲੀਆਂ ਕਟੌਤੀਆਂ ਨਾ ਲੱਗਣ। ਕਿਉਂਕਿ ਪਰਾਲੀ ਸਾੜਦਾ ਕਿਸਾਨ ਮਜਬੂਰੀ 'ਚ, ਪਰਾਲੀ ਸਾੜਨ ਤੋਂ ਪਹਿਲਾਂ ਕਿਸਾਨਾਂ ਦੀ ਜੇਬ ਵਿੱਚ ਪੈਸੇ ਹੋਣ, ਉਹੀ ਪੈਸਾ ਖਰਚ ਕਰਕੇ ਕਿਸਾਨ ਜਿਹੜਾ ਭਰਪਾਈ ਕਰ ਸਕੇ ਤਾਂ ਕਿ ਪਰਾਲੀ ਸਾੜਨ ਦੀ ਲੋੜ ਨਾ ਪਵੇ। ਸੋ ਇਸ ਤਰ੍ਹਾਂ ਦਾ ਬੰਦੋਬਸਤ ਕਰਨਾ ਚਾਹੀਦਾ। ਨਵੇਂ ਏਜੀ ਦੇ ਅਪਾਇੰਟਮੈਂਟ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ। ਹਾਲਾਂਕਿ ਬਾਰ ਕਾਉਂਸਿਲ ਨੇ ਕਿਹਾ ਹੈ ਕਿ ਇੱਕ ਵਕੀਲ ਦੇ ਤੌਰ ਤੇ, ਕਿਉਂਕਿ ਉਹ ਪ੍ਰਾਈਵੇਟ ਵਕੀਲ ਸੀਗੇ, ਇਸ ਕਰਕੇ ਉਹਨਾਂ ਨੇ ਪਹਿਲੇ ਜਿਹੜੇ ਕੇਸ ਲੜੇ, ਚਾਹੇ ਸੁਮੈਤ ਸੈਣੀ ਦਾ ਹੋਵੇ ਜਾਂ ਫਿਰ ਗੁਰਮੀਤ ਰਾਮ ਰਹੀਮ ਦਾ।
ਦੇਖੋ ਗੱਲ ਇਹ ਆ ਇਹ ਜੀ ਕਿਹਨੂੰ ਰੱਖਣਾ ਇਹ ਸਰਕਾਰ ਦਾ ਪ੍ਰੈਰੋਗੇਟਿਵ ਆ। ਸਰਕਾਰ ਜਿਹਨੂੰ ਮਰਜ਼ੀ ਹੈ ਜੀ ਰੱਖ ਸਕਦੀ ਆ। ਪਰ ਇੱਕ ਗੱਲ ਜ਼ਰੂਰ ਆ ਵੀ ਜੇ ਕੋਈ ਵਕੀਲ ਕਿਸੇ ਖਾਸ ਕੇਸ ਦੇ ਵਿੱਚ, ਜਿਵੇਂ ਮਤਲਬ ਇਸ ਗੱਲ ਦਾ ਸੱਚਾਈ ਆ ਵੀ ਬਰਗਾੜੀ ਕਾਂਡ ਦੇ ਵਿੱਚ ਸਰਸਿਆ ਨੂੰ ਬਚਾਉਣ ਦੇ ਵਿੱਚ ਕੁਦਰਤੀ ਤੌਰ ਤੇ ਵਕੀਲ ਨੇ ਬਚਾਅ ਕਰਨਾ ਹੁੰਦਾ ਜਿਹਦਾ ਵਕੀਲ ਹੁੰਦਾ, ਤੇ ਉੱਥੇ ਉਹ ਚੋਣ ਮਤਲਬ ਵਕੀਲ ਦੇ ਤੌਰ ਤੇ ਰਹੇ ਹੋਣ, ਤੇ ਹੁਣ ਸਰਕਾਰ ਕਹੇ ਵੀ ਅਸੀਂ ਮਤਲਬ ਜਿਹੜੇ ਦੋਸ਼ੀ ਪਾਏ ਗਏ ਨੇ ਸਿੱਟ ਦੇ ਅਨੁਸਾਰ ਵੀ ਉਹਨਾਂ ਨੂੰ ਸਜ਼ਾ ਦੇਣੀ ਆ, ਤੇ ਉਹੀ ਵਕੀਲ ਉਹਨਾਂ ਨੂੰ ਸਜ਼ਾ ਕਿਵੇਂ ਦਵਾਏਗਾ? ਮਤਲਬ ਇਹ ਸਵਾਲ ਨਵਾਂ ਖੜਾ ਹੋ ਗਿਆ। ਇਹ ਸਰਕਾਰ ਨੇ ਮੇਰਾ ਖਿਆਲ ਆ ਬਿਨਾਂ ਸੋਚੇ ਸਮਝੇ, ਮੈਂ ਤਾਂ ਕਹਾਂਗਾ, ਜਾਂ ਇਸ ਮਸਲੇ ਦੀ ਗੰਭੀਰਤਾ ਨੂੰ ਜਾਣੇ ਵੀ ਨਹੀਂ, ਮਤਲਬ ਏਜੀ ਦੀ ਨਿਯੁਕਤੀ ਕੀਤੀ ਆ ਜਿਹੜੀ ਉਹਨਾਂ ਨੂੰ ਜ਼ਰੂਰ ਵਿਚਾਰਨਾ ਚਾਹੀਦਾ ਸੀ ਔਰ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਜਿਹੜੇ ਲੋਕਾਂ ਦੀ ਇਹ ਭਾਵਨਾ ਜੁੜੀ ਹੋਈ ਆ ਕਿ ਬਰਗਾੜੀ ਕਾਂਡ ਦੇ ਵਿਰੋਧ ਦੇ ਵਿੱਚ ਲੋਕ ਤਾਂ ਤਰ੍ਹਾਂ ਕਰ ਰਹੇ ਨੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੁਣ ਤੱਕ ਸਜ਼ਾ ਕਿਉਂ ਨਹੀਂ ਮਿਲੀ, ਹੁਣ ਤੱਕ ਦੋਸ਼ੀ ਕਟਹਿਰੇ 'ਚ ਖੜੇ ਕਿਉਂ ਨਹੀਂ ਕੀਤੇ, ਜਾਂ ਹੁਣ ਸਿੱਟ ਦੇ ਰਾਹੀਂ ਜੇ ਸਰਸੇ ਵਾਲੇ ਉਹਦੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਨਿਸ਼ਾਨਦੇਹੀ ਹੋਈ ਆ ਉਹਨਾਂ ਦੀ ਮਤਲਬ ਦੋਸ਼ੀਆਂ ਦੀ ਲਾਈਨ ਦੇ ਵਿੱਚ, ਤਾਂ ਉਹਨਾਂ ਦੇ ਹੱਕ ਵਿੱਚ ਲੜਨ ਵਾਲਾ ਵਕੀਲ ਉਹੀ ਸਰਕਾਰੀ ਵਕੀਲ ਬਣ ਕੇ ਖੜ ਜਾਏਗਾ ਤਾਂ ਕੁਦਰਤੀ ਤੌਰ ਤੇ ਜਜ਼ਬਾਤਾਂ ਨੂੰ ਠੇਸ ਪਹੁੰਚੇਗੀ। ਕੁਦਰਤੀ ਤੌਰ ਤੇ ਲੋਕਾਂ ਨੂੰ ਇਸ ਗੱਲ ਦਾ ਮਹਿਸੂਸ ਹੋਏਗਾ ਵੀ ਇਹ ਗਲਤ ਫੈਸਲਾ ਹੋਇਆ। ਸੋ ਇਸ ਕਰਕੇ ਅੱਜ ਜੇ ਏਜੀ ਦੇ ਨਿਯੁਕਤੀ ਤੇ ਉਂਗਲਾਂ ਉੱਠੀਆਂ ਨੇ ਜਾਂ ਸਵਾਲ ਖੜੇ ਹੋਏ ਨੇ, ਕੇਵਲ ਤੇ ਕੇਵਲ ਇਸ ਕਰਕੇ ਹੋਏ ਨੇ ਕਿ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਸੀ। ਸਰਕਾਰ ਨੇ ਉਹ ਧਿਆਨ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀ। ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਤੇ ਇਹ ਸੀਗੇ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਜਥੇਬੰਦਕ ਢਾਂਚਾ ਭੰਗ ਕੀਤਾ ਗਿਆ ਉਸ ਨੂੰ ਲੈ ਕੇ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕੀਤੀ ਜਾਏਗੀ, ਮੀਟਿੰਗ ਕੀਤੀ ਜਾਏਗੀ ਤੇ ਇੱਕ ਵਾਰ ਫਿਰ ਤੋਂ ਇਸ ਪੂਰੀ ਜਿਹੜੀ ਪਾਰਟੀ ਹੈ, ਜਿਹੜੀ ਕਿਉਂਕਿ ਬਹੁਤ ਪੁਰਾਣੀ ਪਾਰਟੀ ਹੈ ਤੇ ਪਾਰਟੀ ਨੂੰ ਲੋਕਾਂ ਦੇ ਵਿੱਚ ਦੁਬਾਰਾ ਤੋਂ ਲੈ ਕੇ ਜਾਇਆ ਜਾਵੇਗਾ ਤੇ ਉਸ ਦੇ ਲਈ ਜਿਹੜਾ ਢਾਂਚਾ ਬਣਾਇਆ ਜਾਣਾ ਚਾਹੀਦਾ ਤੇ ਕੀ ਕੁਝ ਹੋਰ ਬਿਹਤਰ ਪਾਰਟੀ ਦੇ ਲਈ ਕੀਤਾ ਜਾ ਸਕਦਾ, ਇਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਏਗੀ। ਕੈਮਰਾ ਪਰਸਨ ਮਨਜੀਤ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।